ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਧਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਅੱਤ ਨੂੰ ਅੰਤ ਬਣਾਵੇ ਆਖਰ ਕਹਿਰ ਖੁਦਾਈ, ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਹੈ। ਮਾਂ ਬੋਲੀ ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਹੈ। ਗੁਰਬਚਨ ਗਿੱਲ ਦੀ ਗਜ਼ਲ ਦੇ ਇਹਨਾਂ ਚੰਦ ਸ਼ੇਰਾਂ ਨਾਲ ਅੱਜ ਦੇ ਪ੍ਰੋਗਰਾਮ ਜਿਹਨੇ ਗਿਜਿਆ ਨੂੰ ਆਓ ਅੱਜ ਦੇ ਪ੍ਰੋਗਰਾਮ ਵਿੱਚ ਆਪਣੀ ਯਾਤਰਾ ਦੇ ਅਗਲੇ ਪੜਾਅ ਦੀ ਜਾਣਕਾਰੀ ਸਾਂਝੀ ਕਰੀਏ। 4 ਕੁ ਦਿਨ ਦੀ ਦੁਬਈ ਦੀ ਸੈਰ ਮਗਰੋਂ 8 ਫਰਵਰੀ ਦੀ ਰਾਤ ਨੂੰ ਦਿੱਲੀ ਤੋਂ 9 ਤਰੀਕ ਦੀ ਸਵੇਰ ਨੂੰ ਆਪਣੇ ਸ਼ਹਿਰ ਲੁਧਿਆਣੇ ਜਾ ਪਹੁੰਚਿਆ। 10 ਤੇ 11 ਫਰਵਰੀ ਨੂੰ ਉੱਥੇ ਰਹਿ ਕੇ 12 ਫਰਵਰੀ ਨੂੰ ਵਾਹਗਾ ਬਾਰਡਰ ਰਾਹੀਂ ਮੇਰੀ ਪਾਕਿਸਤਾਨ ਦੀ ਧਰਤੀ ਉੱਤੇ ਐਂਟਰੀ ਹੋਈ। ਮੈਨੂੰ ਜੀ ਆਇਆਂ ਨੂੰ ਕਹਿਣ ਵਾਲਿਆਂ ਵਿੱਚ ਪ੍ਰੋਫੈਸਰ ਇਕਬਾਲ ਕੈਸਰ ਸਾਹਿਬ, ਸੋਸ਼ਲ ਐਕਟਿਵਿਸਟ ਭੈਣ ਦੀਪ ਸਾਇਦਾ ਤੇ ਬਾਬਾ ਨਜਮੀ ਸਨ। ਇੱਕ ਮੁਹੱਬਤਾਂ ਦਾ ਮੁਜੱਸਮਾ ਮੇਰੇ ਵੀਰ ਜਨਾਬ ਸ਼ੌਕਤ ਅਲੀ ਸਾਹਿਬ ਆਪਣੀ ਸਿਹਤ ਨਾਸਾਜ਼ ਹੋਣ ਕਾਰਨ ਨਾ ਆਉਣ ਵਿੱਚ ਮਜਬੂਰ ਸਨ। ਮੇਰਾ ਪਾਕਿਸਤਾਨ ਜਾਣ ਦਾ ਵੱਡਾ ਕਾਰਨ ਹਮੇਸ਼ਾ ਆਪਣੇ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੀ ਹੁੰਦਾ ਹੈ। ਅੱਖੀਂ ਵੇਖਣਾ ਤੇ ਕਿਤਾਬਾਂ ਵਿੱਚ ਪੜ੍ਹਨ ਵਿੱਚ ਬਹੁਤ ਅੰਤਰ ਹੁੰਦਾ ਹੈ। ਲਾਹੌਰ ਵਿੱਚ ਮੇਰੇ ਰਹਿਣ ਲਈ ਬੀਬੀ ਦੀਪ ਸਾਇਦਾ ਦੇ ਘਰ ਹੀ ਭੈਣ ਨੇ ਆਪਣੇ ਘਰ ਹੀ ਬੰਦੋਬਸਤ ਕੀਤਾ ਹੋਇਆ ਸੀ। ਦੀਪ ਭੈਣ ਸਿਰਫ ਮੇਰੀ ਨਹੀਂ, ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਰ ਸ਼ਖਸ ਦੀ ਭੈਣ ਹੈ। ਦੁਖੀ ਲੋਕਾਂ ਦੀ ਮਦਦ ਕਰਨ ਲਈ ਉਹ ਹਮੇਸ਼ਾ ਕਮਰ ਕੱਸੇ ਕਰਕੇ ਤਿਆਰ ਰਹਿੰਦੀ ਹੈ। ਉਸ ਦਾ ਘਰ ਭਾਰਤ ਤੇ ਵਿਦੇਸ਼ਾਂ ਤੋਂ ਗਏ ਹਰ ਪੰਜਾਬੀਆਂ ਲਈ ਖੁੱਲ੍ਹਾ ਨਿਵਾਸ ਸਥਾਨ ਹੈ। ਦੀਪ ਭੈਣ ਨਾਲ ਬੀਤੇ 8 ਕੁ ਸਾਲਾਂ ਵਿੱਚ ਸਾਡੀ ਸਾਂਝ ਕੁਝ ਵਧੇਰੇ ਪੀੜੀ ਹੋ ਗਈ ਹੈ। ਮੈਂ ਕੀ ਨਾਸ਼ਤਾ ਲਵਾਂਗਾ ਤੇ ਕਿਹੜੇ ਕੱਪੜੇ ਪਾਉਣੇ ਹਨ, ਉਸ ਨੂੰ ਫਿਕਰ ਰਹਿੰਦੀ ਹੈ। ਮੇਰੇ ਭਾਰਤ ਵਿੱਚ ਸਵਾਏ ਪਠਾਣੀ ਸੂਟ ਜੋ ਮੈਂ ਆਮ ਪਹਿਨਦਾ ਹਾਂ ਉਸ ਨੂੰ ਬਿਲਕੁਲ ਪਸੰਦ ਨਹੀਂ। ਉਸ ਦਾ ਵਿਚਾਰ ਹੈ ਕਿ ਸਾਡੇ ਵਾਲੇ ਪਾਸੇ ਪੰਜਾਬ ਦੇ ਦਰਜੀ ਇਸ ਕੰਮ ਦੇ ਮਾਹਰ ਨਹੀਂ, ਕਿਉਂਕਿ ਇਹ ਲਿਬਾਸ ਚੜ੍ਹਦੇ ਪੰਜਾਬ ਵਿੱਚ ਨਹੀਂ ਪਹਿਨਿਆ ਜਾਂਦਾ। ਅਗਲੀ ਸਵੇਰ ਜਦੋਂ ਮੈਂ ਨਹਾ ਧੋ ਕੇ ਗੋਭੀ ਵਾਲੇ ਪਰਾਂਠਿਆਂ ਦਾ ਆਨੰਦ ਮਾਣ ਰਿਹਾ ਸਾਂ ਕਿ ਦੀਪ ਭੈਣ ਦੇ ਹੁਕਮ ਉੱਤੇ ਇੱਕ ਦਰਜੀ ਮੇਰਾ ਨਾਪ ਲੈਣ ਲਈ ਘਰ ਦੀ ਦਹਲੀਜ਼ ਉੱਤੇ ਖੜਾ ਸੀ। ਅਗਲੀ ਸਵੇਰ ਉਸ ਦੇ ਆਦੇਸ਼ ਨਾਲ ਸਵੇਰ ਦੇ 11 ਵਜੇ ਮੇਰੇ 2 ਸੂਟ ਤਿਆਰ ਸਨ। ਇੰਨਾ ਹੀ ਨਹੀਂ, 2 ਹੋਰ ਦਿਨਾਂ ਬਾਅਦ ਮੇਰੇ 4 ਨਵੇਂ ਹੋਰ ਪਠਾਣੀ ਸੂਟ ਲੈ ਕੇ ਉਹੀ ਦਰਜੀ ਦੇ ਦਰਵਾਜ਼ੇ ਉੱਤੇ ਫਿਰ ਖੜਾ ਸੀ। ਅੱਜ ਮੈਂ ਇੱਕ ਪਾਈ ਵੀ ਬੈਠਾ। ਅੱਜ ਦੇ ਸਵਾਰਥੀ ਯੁੱਗ ਵਿੱਚ ਬਿਨਾਂ ਮਤਲਬ ਦੇ ਕੌਣ ਕਿਸੇ ਦੀ ਮਾਂ ਫੜਦਾ ਹੈ। ਦੀਪ ਭੈਣ ਦੇ ਘਰ ਦੇ ਬਿਲਕੁਲ ਹੀ ਕਰੀਬ ਜਨਾਬ ਸ਼ੌਕਤ ਅਲੀ ਸਾਹਿਬ ਨਾਲ ਪਹਿਲੇ ਹੀ ਦਿਨ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਹੋਈ। ਮੈਨੂੰ ਸੰਗੀਤ ਪ੍ਰੇਮੀਆਂ ਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਰੱਬ ਦੀ ਮਿਹਰ ਨਾਲ ਉਹਨਾਂ ਦੀ ਤਬੀਅਤ ਹੁਣ ਅੱਗੇ ਨਾਲੋਂ ਕਿਤੇ ਬਿਹਤਰ ਹੈ। ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਰਦਾਸ ਕਰਦੇ ਹਾਂ। ਜਿਹੜੇ ਨੇ ਲੋਕ ਉੱਥੋਂ ਆਏ ਨੇ ਟੋਰਾਂਟੋ ਤੋਂ, ਉਹਨਾਂ ਨੂੰ ਬੜੀਆਂ ਬੜੀਆਂ ਵਧਾਈਆਂ। ਔਰ ਮੈਂ ਖਾਸ ਤੌਰ 'ਤੇ ਬੜਾ ਮਸ਼ਹੂਰ ਹਾਂ ਆਪਣੇ ਵੀਰ ਦਾ ਜਨਾਬ ਇਕਬਾਲ ਮਾਲ ਹੋਰਾਂ ਦਾ, ਜਿਨ੍ਹਾਂ ਨੇ ਬੜੇ ਹੌਸਲੇ ਦੇ ਨਾਲ ਮੇਰੇ ਵਾਸਤੇ ਕਾਫੀ ਚੀਜ਼ਾਂ ਲੈ ਕੇ ਆਏ ਨੇ। ਉਹ ਮੈਂ ਪਾ ਕੇ ਵਹਾਵਾਂ ਚੱਲਾ ਉਹ ਗੱਲ ਸੁਣੋ, ਅੱਗੇ ਮੈਂ ਤੁਹਾਡੀਆਂ ਸਾਰੀਆਂ ਉਮਰ ਪਾਉਂਦਾ ਉਹ ਮੈਂ ਪਾ ਕੇ ਲਵਾਂਗਾ ਨਹੀਂ। ਬੜਾ ਕੁਝ ਖੂਬਸੂਰਤ ਚੀਜ਼ਾਂ ਲੈ ਆਏ ਨੇ। ਔਰ ਸਭ ਤੋਂ ਵੱਡੀ ਚੀਜ਼ ਜਿਹੜੀ ਦਿਖਾਵਾਂਗਾ ਉਹ ਇਹ ਦਿਖਾਉਣ ਵਾਲੀ ਚੀਜ਼ ਹੈ, ਉਹ ਅਵਾਰਡ ਹੈ ਜਿਹੜਾ ਨਸੀਬ ਨਹੀਂ ਹੁੰਦਾ। ਔਰ ਇਹ ਅੱਲਾਹ ਤਾਲਾ ਹੋਰ ਨੂੰ ਸਲਾਮਤ ਰੱਖੇ। ਮੈਂ ਆਪਣੇ ਵੀਰ ਵਾਸਤੇ ਦੁਆ ਕਰਾਂ ਔਰ ਟੋਰਾਂਟੋ ਵਾਲਿਆਂ ਵਾਸਤੇ ਕਿ ਉਹਨਾਂ ਨੇ ਸ਼ੌਕਤ ਅਲੀ ਨੂੰ ਹਾਲੇ ਵੀ ਯਾਦ ਰੱਖਿਆ। ਬਹੁਤ ਸ਼ੁਕਰ। ਜਨਾਬ ਫਖਰ ਉਸਮਾਨ ਹੋਰਾਂ ਵੱਲੋਂ ਆਯੋਜਿਤ ਕੀਤੀ 2020 ਦੀ ਪੰਜਾਬੀ ਆਲਮੀ ਕਾਨਫਰੰਸ ਵਿੱਚ ਮੈਂ ਅਗਲੇ ਦਿਨ ਸ਼ਿਰਕਤ ਕੀਤੀ, ਜਿਸ ਵਿੱਚ ਡਾਕਟਰ ਦੀਪਕ ਮਨਮੋਹਨ ਸਿੰਘ, ਪੰਮੀ ਬਾਈ ਜੀ, ਪ੍ਰੋਫੈਸਰ ਗੁਰਬਚਨ ਗਿੱਲ, ਸਤੀਸ਼ ਗੁਲਾਟੀ ਜੀ ਤੇ ਸ਼ਾਇਰ ਮਿੱਤਰ ਗੁਰਪੇਜ ਕੌਹਾਰ ਵਾਲੇ ਤੋਂ ਇਲਾਵਾ ਪੰਜਾਬੀ ਬੋਲੀ ਤੇ ਸਾਹਿਤ ਨਾਲ ਜੁੜੀਆਂ ਕੋਈ 35 ਕੁ ਸ਼ਖਸੀਅਤਾਂ ਸਨ। ਪਰਚੇ ਪੜ੍ਹੇ ਗਏ, ਕਵੀ ਦਰਬਾਰ ਸਜੇ ਤੇ ਕਈ ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਵੀ ਹੋਈ। ਕਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਪਾਂਡੇ ਪਿੱਲੇ ਰਹੇ, ਪੰਬੜ ਜਈਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ। ਅੱਗ ਵੀ ਹਿੰਮਤੋਂ ਬਹੁਤੀ ਦਿੱਤੀ, ਫਿਰ ਵੀ ਪਾਂਡੇ ਪਿੱਲੇ ਰਹੇ, ਪੰਬੜ ਜਈਆਂ ਧੁੱਪਾਂ ਵਿੱਚ ਵੀ ਮੇਰੇ ਲੀੜੇ ਗਿੱਲੇ ਰਹੇ। ਤੇ ਦੋਸ਼ ਦਿਓ ਨਾ ਦੋਸ਼ ਦਿਓ ਨਾ ਝਖੜਾ ਉੱਤੇ ਸਿਰ ਤੋਂ ਮੁੰਡੇ ਤੰਬੂਆਂ ਦਾ। ਦੋਸ਼ ਦਿਓ ਨਾ
ਝਗੜਾ ਉੱਤੇ ਸਿਰ ਤੋਂ ਉੱਡੇ ਤੰਬੂਆਂ ਦਾ ਕਿੱਲੇ ਠੀਕ ਨਹੀਂ ਠੋਕੇ ਖਬਰੇ ਸਾਥੋਂ ਰਸੇ ਮਿਲੇ ਨੇ ਬਹਿ ਕੇ ਸਿਆਣਾ ਪਾਣੀ ਸੋਚੇ ਅਕਸਰ ਮੈਨੂੰ ਨਦੀਆਂ ਵਗਦੇ ਨੂੰ ਵੀ ਰੇਤਾ ਨੇ ਹੀ ਪੀ ਲੈਣਾ ਸੀ ਔਰ ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਅੰਨੀ ਭੀੜ 'ਚ ਅੱਖਾਂ ਵਾਲੇ ਤੁਰਦੇ ਵੀ ਤਾਂ ਕਿੱਥੇ ਤੁਰਦੇ ਖੜ ਕੇ ਸਭ ਨੂੰ ਰਾਹ ਦੇਣਾ ਸੀ ਬਚ ਕੇ ਰਸਤਾ ਵੀ ਲੈਣਾ ਸੀ ਤੇ ਪੰਮੀ ਬਾਈ ਤੇ ਅਕਰ ਰਾਹੀ ਹੋਰਾਂ ਨੇ ਆਪਣੀ ਗਾਇਕੀ ਨਾਲ ਇੱਕ ਖੂਬਸੂਰਤ ਪ੍ਰੋਗਰਾਮ ਵੀ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਇਸ ਮਿੱਟੀ ਸਾਨੂੰ ਜਨਮ ਦਿੱਤਾ ਇਸ ਆਲੇ ਵਿੱਚ ਕੁਝ ਖੋਲੀਏ ਇਸ ਮਿੱਟੀ ਸਾਨੂੰ ਜਨਮ ਦਿੱਤਾ ਇਸ ਆਲੇ ਵਿੱਚ ਕੁਝ ਖੋਲੀਏ ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਸਾਡੀ ਬੋਲੀ ਏ ਇਸ ਮਿੱਟੀ ਸਾਨੂੰ ਜਨਮ ਦਿੱਤਾ ਇਸ ਆਲੇ ਵਿੱਚ ਕੁਝ ਖੋਲੀਏ ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਸਾਡੀ ਬੋਲੀ ਏ ਲਾਡੀ ਕਾਏ ਤੇ ਅਕਲਾਂ ਨੇ ਇਲਮਾਂ ਦੇ ਸਮੁੰਦਰ ਕੀਤੇ ਨੇ ਇਹ ਇੱਕ ਫਰੀਦ ਦੀ ਨਗਰੀ ਏ ਜਿਸ ਨਾਨਕ ਪੈਦਾ ਕੀਤੇ ਨੇ ਇੱਥੇ ਮੁੱਲੇ ਵਾਰਸ ਬਾਹੂ ਨੇ ਇੱਥੇ ਮੁੱਲੇ ਵਾਰਸ ਬਾਹੂ ਨੇ ਬੋਲਾਂ ਵਿੱਚ ਮਿਸ਼ਰੀ ਬੋਲੀ ਏ ਅਸੀਂ ਦੋਵੇਂ ਪੰਜਾਬ ਦੇ ਪੁੱਤਰ ਹਾਂ ਪੰਜਾਬੀ ਸਾਡੀ ਬੋਲੀ ਏ ਪ੍ਰੋਫੈਸਰ ਇਕਬਾਲ ਕੈਸਰ ਹੋਰਾਂ ਦੇ ਸੱਦੇ ਉੱਤੇ ਫੈਸਲਾਬਾਦ ਜਾਣੀ ਕਿ ਲਹਿਲਪੁਰ ਵਿੱਚ ਇੱਕ ਮੁਸ਼ਾਇਰੇ ਵਿੱਚ ਮੈਂ ਆਪਣਾ ਕਲਾਮ ਸੁਣਾਉਣ ਦੀ ਗੁਸਤਾਖੀ ਵੀ ਕੀਤੀ। ਮੇਰਾ ਖਿਆਲ ਹੈ ਕਿ ਬੀਤੇ 50 ਸਾਲਾਂ ਵਿੱਚ ਸ਼ਾਇਦ ਇਹ ਮੇਰੇ ਲਈ ਪਹਿਲਾ ਅਵਸਰ ਸੀ ਜਿਹੜਾ ਕਿ ਮੈਨੂੰ ਚੰਗਾ ਵੀ ਲੱਗਾ ਕਿ ਲੋਕੀ ਮੇਰੀ ਆਪਣੀ ਕਵਿਤਾ ਵੀ ਬਰਦਾਸ਼ਤ ਕਰ ਲੈਂਦੇ ਨੇ। ਮੇਰੀਆਂ ਪਾਕਿਸਤਾਨ ਦੀਆਂ ਪਿਛਲੀਆਂ ਫੇਰੀਆਂ ਸਮੇਂ ਮੈਂ ਲਾਹੌਰ ਸ਼ਹਿਰ ਤੋਂ ਬਾਹਰ ਬਹੁਤ ਕੁਝ ਵੇਖ ਚੁੱਕਾ ਸਾਂ। ਇਸ ਵਾਰੀ ਲਾਹੌਰ ਵਿੱਚ ਜਹਾਂਗੀਰ ਦਾ ਮਕਬਰਾ, ਸੂਫੀ ਸੰਤ ਬਾਬਾ ਸ਼ਾਹ ਹੁਸੈਨ ਦੀ ਦਰਗਾਹ, ਸ਼ਾਹੀ ਇਮਾਮ ਫਕੀਰ ਅਜ਼ੀਜ਼ੁਦੀਨ ਦੀ ਹਵੇਲੀ ਤੇ ਸੜਕਾਂ ਬਾਜ਼ਾਰਾਂ ਦਾ ਆਨੰਦ ਮਾਣਿਆ। ਹੀਰਾ ਮੰਡੀ ਢਾਹ ਕੇ ਉਸੇ ਜਗ੍ਹਾ ਸ਼ਾਹੀ ਮਸਜਿਦ ਦੇ ਬਿਲਕੁਲ ਕੋਲ ਇੱਕ ਨਵੀਂ ਉਸਾਰੀ ਹਵੇਲੀ ਦੇ ਬਹੁਤ ਪਿਆਰੀ ਸ਼ਖਸੀਅਤ ਡਾਕਟਰ ਸੁਗਰਾ ਸਫਦ ਦੀ ਮਿਹਰਬਾਨੀ ਨਾਲ ਲਜ਼ੀਜ਼ ਖਾਣਾ ਦਾ ਮਜ਼ਾ ਵੀ ਮਾਣਿਆ। ਲਾਹੌਰ ਤੇ ਸਾਡੀ ਜਿੰਦ ਜਾਨ ਹੈ। ਅਸੀਂ ਦੁਨੀਆ 'ਚ ਕਿਸੇ ਵੀ ਜਗ੍ਹਾ ਤੇ ਖੁਸ਼ ਨਹੀਂ ਰਹਿ ਸਕਦੇ ਲਾਹੌਰ ਤੋਂ ਬਗੈਰ। ਜਿੱਥੇ ਵੀ ਲੋਕ ਲਾਹੌਰ ਦੇ ਹੁੰਦੇ ਨੇ ਉਹ ਸ਼ਾਇਦ ਲਾਹੌਰ ਨਾਲ ਇਤਨੀ ਜੁੜਤ ਹੁੰਦੀ ਹੈ ਕਿ ਕਿਸੇ ਹੋਰ ਸ਼ਹਿਰ में एक दिन इस्लामाबाद गई सच्ची गल मैनू तो लगे कि वो एक दिन कदों मुकना ऐसे तरीके जो मुल्कों बाहर जाइए कि अपने रिश्तेदारों तो बच्चों तो अजीज़ों तो चोखा माहौल और लाहौर के एटमोसफेयर को मिस करीदा फिजावां ने ये साड़ी रूह में साढ़े दिल में रची हुई ने इहदा बगैर साडा साह लेना सौखा नहीं है। ਤੇ ਰਾਤ ਨੂੰ ਜਗਮਗਾਉਂਦੀਆਂ ਬੱਤੀਆਂ ਨਾਲ ਲਾਹੌਰ ਦੀ ਖੂਬਸੂਰਤੀ ਦਾ ਬੇਮਿਸਾਲ ਚਿੱਤਰ ਮੇਰੀ ਅੱਖਾਂ ਸਾਹਮਣੇ ਸੀ। ਕਸੂਰ ਸ਼ਹਿਰ ਨਾਲ ਮੇਰਾ ਡਾਢਾ ਲਗਾਅ ਹੈ। ਮੈਂ ਭਲਾ ਕਸੂਰ ਜਾਣਾ ਕਿਵੇਂ ਭੁੱਲ ਸਕਦਾ। ਇੱਥੇ ਬਾਬਾ ਬੁੱਲੇ ਸ਼ਾਹ ਦੀ ਦਰਗਾਹ ਹੈ ਜੋ ਵਰਿਆਂ ਤੋਂ ਮੇਰੀ ਖਿੱਚ ਦਾ ਕੇਂਦਰ ਰਹੀ ਹੈ। ਕਾਰਨ ਇਹ ਹੈ ਕਿ ਉਸਨੇ ਵਪਾਰਕ ਅਦਾਰਿਆਂ ਨੂੰ ਨਕਾਰਿਆ ਹੀ ਨਹੀਂ ਵੰਗਾਰਿਆ ਵੀ ਹੈ। ਇਸ ਵਾਰੀ ਮੇਰਾ ਇਸ ਜਗ੍ਹਾ ਉੱਤੇ 5ਵਾਂ ਗੇੜਾ ਸੀ। ਡਾਕਟਰ ਸੁਗਰਾ ਸਦਫ ਹੋਰਾਂ ਦੇ ਸਹਿਯੋਗ ਨਾਲ ਮੇਰਾ ਜਾਣਾ ਮੁਮਕਿਨ ਹੋਇਆ। ਮੇਰੇ ਲਈ ਬਾਬਾ ਜੀ ਨੂੰ ਸਜਦਾ ਕਰਨਾ ਇੱਕ ਰੂਹਾਨੀਅਤ ਦਾ ਤਜਰਬਾ ਸੀ। ਬੀਬੀ ਸੁਗਰਾ ਹੋਰਾਂ ਦੇ ਛੋਟੇ ਵੀਰ ਨਬੀਲ ਸਾਹਿਬ ਦੇ ਸੁਝਾਅ ਤੇ ਕਸੂਰ ਵਾਲੇ ਪਾਸਿਓਂ ਭਾਰਤ ਤੇ ਪਾਕਿਸਤਾਨ ਦੇ ਬਾਰਡਰ ਤੇ ਜਾਣੀ ਕਿ ਹੁਸੈਨੀ ਵਾਲਾ ਬਾਰਡਰ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਦੀ ਜਿਹੜੀ ਸ਼ਾਮ ਦੀ ਪਰੇਡ ਸੀ ਉਹ ਵੀ ਬਾਕਮਾਲ ਸੀ।
ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਭਾਰਤ ਤੋਂ ਬਿਨਾਂ ਵੀਜ਼ੇ ਜਾਣ ਲਈ ਦਰਸ਼ਨ ਕਰਨ ਵਾਲਿਆਂ ਲਈ ਸੁਵਿਧਾ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਸਾਹਿਬ ਦਾ ਬੜਾ ਸ਼ਲਾਘਾਯੋਗ ਯਤਨ ਹੈ। ਰਕਬੇ ਪੱਖੋਂ ਇਸ ਵੇਲੇ ਦੁਨੀਆ ਦਾ ਇਹ ਸਭ ਤੋਂ ਵੱਡਾ ਸਿੱਖਾਂ ਦਾ ਧਾਰਮਿਕ ਸਥਾਨ ਹੈ। फरवरी ਨੂੰ ਮਦਰ ਲੈਂਗੁਏਜ ਡੇ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ ਤੇ ਕੈਸਰ ਸਾਹਿਬ, ਦੀਪ ਭੈਣ, ਬਾਬਾ ਨਜਵੀ ਤੇ ਕਈ ਹੋਰ ਸੰਗੀਆਂ ਨਾਲ ਇਹ ਮਾਂ ਬੋਲੀ ਦਿਹਾੜਾ ਮੈਂ ਵੀ ਮਨਾਇਆ। ਜੀ ਹਾਂ, ਲਾਹੌਰ ਵਿੱਚ ਮਨਾਇਆ। ਲੋਕਾਂ ਦੀ ਵੱਡੀ ਗਿਣਤੀ ਆਪਣੀ ਮਾਂ ਬੋਲੀ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਲਈ ਇਸ ਇਕੱਠ ਦਾ ਹਿੱਸਾ ਬਣੀ। ਮੇਰੇ ਲਈ ਅੱਖੀ ਵੇਖਣਾ ਇੱਕ ਸ਼ੁਭ ਸ਼ਗਨ ਸੀ। ਜਾਨ ਪੰਜਾਬੀ ਢੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਜਾਨ ਪੰਜਾਬੀ ਢੋਲ ਪੰਜਾਬੀ ਬੋਲ ਪੰਜਾਬੀ ਬੋਲ ਪੰਜਾਬੀ ਜਾਨ ਪੰਜਾਬੀ ਢੋਲ ਪੰਜਾਬੀ ਬੋਲ ਪੰਜਾਬੀ ਬੋਲ ਮਾਂ ਬੋਲੀ ਦੇ ਜਗਤ ਦਿਹਾੜ ਦੇ ਮੌਕੇ ਉੱਤੇ ਪੰਜਾਬ ਭਰ ਵਿੱਚ ਭਰਵੇਂ ਜਲੂਸ ਕੱਢੇ ਗਏ। ਲਾਹੌਰ ਵਿੱਚ ਕੱਢੇ ਗਏ ਜਲੂਸ ਅੰਦਰ ਪੰਜਾਬੀ ਤਨਜ਼ੀਮਾਂ, ਪੰਜਾਬ ਸੇਵਕਾਂ ਤੇ ਪੜਿਆਰਾਂ ਦੀ ਵੱਡੀ ਤਾਦਾਦ ਨੇ ਰਲਤ ਕੀਤੀ ਤੇ ਮਾਂ ਬੋਲੀ ਦੇ ਹੱਕ ਲਈ ਆਵਾਜ਼ ਚੁੱਕੀ। ਅਸੀਂ ਜਿਹੜੇ ਹਰ ਸਾਲ ਕਈਆਂ ਸਾਲਾਂ ਤੋਂ ਇਹ ਮੰਗ ਪੇ ਕਰ ਰਹੇ ਹਾਂ, ਡਿਮਾਂਡ ਪੇ ਕਰ ਰਹੇ ਹਾਂ ਕਿ ਸਾਡੀ ਜਿਹੜੀ ਪੰਜਾਬੀ ਹੈ ਇਹਨੂੰ ਸਕੂਲਾਂ ਦੇ ਵਿੱਚੋਂ प्राइमरी जमात को लागू किया जाए, मतलब कि लाया जाए। और दूसरा ये फरोग वास्ते जो भी ज़्यादा तो ज़्यादा हो सकता सानू ये वास्ते कोशिश करनी चाहिए। और जी असी कर रहे हैं हुण ये भी कि असी पंजाब की हुकूमत नूं बल्कि पूरे पाकिस्तान की जी वफाक की हुकूमत है उन्होंने अगे मुतालबा कर रहे हैं कि इस पंजाबी जबान जिहदे विच कम अज़ कम 15 करोड़ पंजाबी वसता है तो क्या साड़ी जबान नहीं? असी पंजाबी सदियाँ तो नहीं, बाबा फरीद तो नहीं, शाह हुसैन तो नहीं, नानक तो नहीं, वारिस शाह तो नहीं, बुल्ले शाह तो नहीं, बाहू तो नहीं, मियाँ मोहम्मद बख्श तो नहीं। पंजाबी एडी मिठी जुबान है, अच्छी जुबान है। सब तो पहला लफज बच्चों को कहीदा चीजी तो हुण असी उहदी जगह दे उत्ते चॉकलेट ते दूजे नां लै रहे हैं, अंग्रेजी बोलते हैं, अपनी तमाम जुबान नूं परे कर दिता। हर शो जिहड़ा सूबा है ना उन्हां दे विच अपनी माँ बोली दे विच किताबां पढ़ाई जांदियां, सिंध दे विच भी सिंधी च पढ़ाईयां जांदियां। इत्थे असीं कहने हैं कि फौरी तौर दे उत्ते पंजाब दे विच पंजाबी जुबान बोली जाए। असीं खुद बच्चिआं नाल बोलीए, गलबात करिए, चीज़ां बाजार च विकन उहदे उत्ते पंजाबी लफज लिखिआ होवे, बोल पंजाबी दे बने होण, लोगों को पता लगे जुबान की और की ये मिठास और किस तरह जोड़ती और किस तरह सानू इकट्ठा रख। 5000 वरियां तो इस जुबान नूं सीना बसीना अगे टोरिया, एक जद ने दूजी जद नूं तीजी जद नूं, लेकिन हुक्मरानां नूं कोई भी होवे इन्ना नहीं सरिया कि वो अपनी जुबान की मादरी जुबान लई मिट्टी लई पंजाबी दा पंजाब च आबादी वड्डी है। साडे सूबिਆਂ ने बाकियां ने चंगा कीता कि उत्थे फरोग हो रहा ते इत्थे होना चाहिए। ਅਸੀਂ 21 फरवरी के मौके ते आलमी मां बोली दिहाड़ के मौके ते एक इकट्ठ करने आ ਜਿਹਦੇ 'ਚ ਹੈ ਕਿ ਪੰਜਾਬੀਆਂ ਨੂੰ ਅਸੀਂ ਅਪੀਲ ਕਰਨੇ ਆ, ਉਹਨਾਂ ਦਰਖਾਸਤ ਕਰਨੇ ਆ ਕਿ ਆਪਣੀ ਮਾਂ ਬੋਲੀ ਨੂੰ ਮਾਂ ਸਮਝ ਕੇ ਉਹਦੀ ਖਿਦਮਤ ਕਰੋ
ਤੇ ਉਹਨੂੰ ਉਹਦੇ ਤਹੱਫੁਜ਼ ਦਾ, ਉਹਦੀ ਹਿਫਾਜ਼ਤ ਦਾ ਬੰਦੋਬਸਤ ਕਰੋ, ਜਿਹੜਾ ਸਾਡੇ ਸਾਰਿਆਂ ਦਾ ਫਰਜ਼ ਹੈ। ਪਰ ਇਹ ਬੜੀ ਅਫਸੋਸ ਵਾਲੀ ਗੱਲ ਹੈ ਕਿ ਹਾਲੇ ਤੱਕ ਪੰਜਾਬ ਸਰਕਾਰ ਨੇ ਨਾ ਸਾਡੀ ਗੱਲ 'ਤੇ ਕੰਨ ਧਰਿਆ, ਨਾ ਕਿਸੇ ਹੋਰ ਦੀ ਗੱਲ 'ਤੇ ਕੰਨ ਧਰਿਆ। ਹਾਲਾਂਕਿ ਅਦਾਲਤ ਨੇ ਪਿਛਲਾ ਲਾਹੌਰ ਹਾਈ ਕੋਰਟ ਨੇ ਪਿਛਲੇ ਸਾਲ ਫੈਸਲਾ ਦੇ ਦਿੱਤਾ ਸੀ ਮੇਰੀ ਰਿਟ 'ਤੇ ਕਿ ਪੰਜਾਬੀ ਲਾਗੂ ਕੀਤੀ ਜਾਏ। ਸਾਲ ਹੋ ਗਿਆ ਅਸੀਂ ਉਡੀਕਨੇ ਪਏ ਹਾਂ ਕਿ ਪੰਜਾਬ ਸਰਕਾਰ ਇਸ ਸਿਲਸਿਲੇ 'ਚ ਕੋਈ ਲੈਜਿਸਲੇਸ਼ਨ ਕਰੇਗੀ, ਕੰਮ ਨੂੰ ਅੱਗੇ ਵਧਾਏਗੀ। ਹਾਲੇ ਨਹੀਂ ਵਧਿਆ ਤੇ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਸਰਕਾਰ ਨੂੰ ਕਿਸ ਗੱਲ ਦਾ ਇੰਤਜ਼ਾਰ ਹੈ। ਪਾਕਿਸਤਾਨ ਵਿੱਚ ਸਾਰੀਆਂ ਮਾਂ ਬੋਲੀਆਂ ਨਾਲ ਜ਼ਿਆਦਤੀ ਹੈ, ਸਭ ਤੋਂ ਜ਼ਿਆਦਾ ਜ਼ਿਆਦਤੀ ਪੰਜਾਬੀ ਨਾਲ ਹੈ। ਜਿਹੜੇ ਬਾਕੀ ਸੂਬਿਆਂ 'ਚ ਸਰਕਾਰੀ ਸਕੂਲਾਂ 'ਚ ਪੜ੍ਹਾਈ ਜਾਂਦੀਆਂ ਸਾਰੀਆਂ ਜ਼ਬਾਨਾਂ, ਪੰਜਾਬ ਦੀ ਸਾਡੀ ਇਹ ਡਿਮਾਂਡ ਹੈ। ਅਸੀਂ ਕਈ ਸਾਲਾਂ ਤੋਂ ਇੱਥੇ ਇਕੱਠੇ ਹੁੰਦੇ ਹਾਂ, ਹਰ ਸਾਲ 21 ਫਰਵਰੀ ਨੂੰ, ਕਿ ਅਗਰ ਸਰਕਾਰ ਚਾਹੁੰਦੀ ਹੈ ਕਿ ਇਸ ਮੁਲਕ ਵਿੱਚੋਂ ਦਹਿਸ਼ਤਗਰਦੀ ਖਤਮ ਹੋਏ, ਇੱਥੇ ਅਮਨ, ਇੱਥੇ ਵਾਕਈ ਅਮਨ ਆਏ, ਲੋਕ ਇਲਮ ਹਾਸਲ ਕਰਨ, ਤੇ ਫਿਰ ਜੋਸ਼ੂਆ, ਦਮੋਦਰ, ਨਾਨਕ ਤੇ ਫਰੀਦ ਦੀ ਬੋਲੀ ਪੜਾਓ ਤੇ ਦਹਿਸ਼ਤਗਰਦੀ ਜੜੋਂ ਮੁਕਾਓ। ਸਾਡੇ ਨਾਲ ਕੈਨੇਡਾ ਤੋਂ ਆਏ ਹੋਏ ਪੰਜਾਬੀ ਦੇ ਬੜੇ ਵੱਡੇ ਸੂਝਵਾਨ, ਰੇਡੀਓ ਦੀ ਬੜੀ ਵੱਡੀ ਆਵਾਜ਼, ਟੀਵੀ ਦੀ ਬੜੀ ਵੱਡੀ ਆਵਾਜ਼ ਇਕਬਾਲ ਮਾਲ ਜੀ ਖੜੇ ਹੋਏ ਆ। ਬਹੁਤ ਅੱਛੇ ਆਪ ਵੀ ਸ਼ਾਇਰ, ਬਹੁਤ ਅੱਛੇ ਸੂਝਵਾਨ ਪੰਜਾਬੀ ਦੇ ਬੜੇ ਵੱਡੇ ਸੇਵਕ। ਅਸੀਂ ਚਾਹਾਂਗੇ ਅੱਜ ਦੇ ਮਾਂ ਬੋਲੀ ਦਿਹਾੜੇ ਦੇ ਲਾਹੌਰ ਹੈਗੇ ਆ, ਸਾਡਾ ਇਹ ਸਾਰਾ ਇਵੈਂਟ ਇਹਨਾਂ ਨੂੰ ਕਿਹੋ ਜਿਹਾ ਲੱਗਾ, ਔਰ ਉਹ ਕੀ ਮਤਲਬ ਉਹਨਾਂ ਦੀ ਸੱਦਰ ਕੀ ਹੋਏਗੀ ਕਿ ਕੀ ਹੋਣਾ ਚਾਹੀਦਾ ਸੀ ਜਿਹੜਾ ਹੋਇਆ ਨਹੀਂ। ਚੱਕਰ ਇਹ ਹੈ ਕਿ ਮੈਂ ਲਾਹੌਰ ਨੂੰ ਆਪਣਾ ਘਰ ਸਮਝਦਾ। ਇੱਥੇ ਮੇਰੇ ਯਾਰ ਨੇ, ਮੇਰੀ ਭੈਣ ਨੇ, ਭਾਈ ਨੇ, ਬੀਬੀ ਦੀਪ, ਚੌਕਸ ਸਾਹਿਬ, ਬਾਬਾ ਨਜ਼ਮੀ, ਇਹ ਸਾਰੇ ਲੋਕ ਮੇਰੇ ਬੜੇ ਵਰਿਆਂ ਤੋਂ ਮੈਂ ਇੱਥੇ ਆ ਰਿਹਾ 1982 ਤੋਂ। ਤੇ ਜਦ ਮੈਂ ਆਉਂਦਾ ਮੈਂ ਬੜੀਆਂ ਕਈ ਕੁਛ ਸਿੱਖ ਕੇ ਜਾਂਦਾ। ਬਾਕੀ ਜਿਹੜਾ ਪੰਜਾਬੀ ਮਾਂ ਬੋਲੀ ਦਾ ਮਸਲਾ ਹੈ, ਦੁਨੀਆ ਦਾ ਐਸਾ ਕੋਈ ਮਸਲਾ ਨਹੀਂ ਜਿਹਦਾ ਹੱਲ ਨਹੀਂ ਹੋ ਸਕਦਾ। ਸਿਰਫ ਸਿਰ ਜੋੜ ਕੇ ਬਹਿਣ ਦੀ ਲੋੜ ਹੈ। ਜੇ ਤੁਸੀਂ ਬਹਿ ਗਏ, ਹਕੂਮਤ ਵੀ ਤੇ ਅਸੀਂ ਵੀ, ਤੁਸੀਂ ਸਾਰਾ ਮਾਸ਼ਰਾ, ਹੱਲ ਲੱਭਿਆ ਜਾ ਸਕਦਾ। ਉਹ ਇਹਨਾਂ ਦੀ ਸੁਣ ਕੇ ਵਿਚਾਰਿਆਂ ਦੀ ਕੋਈ ਰਾਜੀ ਨਹੀਂ। ਮਤਲਬ ਇਹ ਕੋਈ ਦੇਸ਼ ਧਰੋਹੀ ਨਹੀਂ, ਇਹ ਸਿਰਫ ਆਪਣਾ ਇੱਕ ਪੱਖ ਦੱਸਦੇ ਨੇ ਕਿ ਯਾਰ ਸਾਡੀ ਮਾਂ ਬੋਲੀ ਮੁੱਕ ਜਾਏਗੀ ਜੇ ਤੁਸੀਂ ਕੁਝ ਹੀਲਾ ਨਾ ਕੀਤਾ। ਆਪਣੀ ਮਾਂ ਬੋਲੀ ਨੂੰ ਬਚਾਉਣਾ ਕੋਈ ਗੁਨਾਹ ਤਾਂ ਨਹੀਂ ਹੈ। ਹਾਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਮੈਂ ਇਹਨਾਂ ਦੇ ਜਜ਼ਬੇ ਦੀ ਕਦਰ ਕਰਦਾ। ਮੈਨੂੰ ਬੜੀ ਖੁਸ਼ੀ ਹੈ ਕਿ ਕੁਝ ਮੂਵਮੈਂਟ ਹੋ ਰਹੀਆਂ ਨੇ, ਤੇ ਮੈਂ ਬਾਬਾ ਜੀ ਨੂੰ, ਕੈਸਰ ਭਾਈ ਨੂੰ, ਦੀਪ ਭੈਣ, ਉਹਨਾਂ ਤੁਸੀਂ ਸਾਰੇ ਜਿੰਨੇ ਵੀ ਮੇਰੇ ਇੱਥੇ ਆਏ ਨੇ ਉਹਨਾਂ ਦੇ ਕੰਮ ਦੀ ਸਿਫਤ ਕਰਦਾ। ਸਾਹਿਰ ਸਾਡਾ ਆਪਣਾ ਬੱਚਾ ਹੈ, ਭਰਾ ਛੋਟਾ, ਤੋ ਬੜੀ ਅੱਛੀ ਮੂਵਮੈਂਟ ਹੋ ਰਹੀ ਹੈ। ਮੇਰੀਆਂ ਦੁਆਵਾਂ ਜੀ, ਰੱਬ ਤੁਹਾਨੂੰ ਕਾਮਯਾਬੀ ਬਖਸ਼ੇ। ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਆਪਣੇ ਵਿਰਸੇ ਨੂੰ ਸੰਭਾਲਣ ਲਈ ਕੁਝ ਨਾ ਕੁਝ ਕਰਨ ਦਾ ਉਪਰਾਲਾ ਜ਼ਰੂਰ ਕਰੋ। ਹਿੰਮਤ ਕਰੋ, ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਆਪਣੀ ਜਾਚੇ ਉਹ ਤਾਂ ਵੱਡੇ ਘਰ ਜਾਂਦਾ ਹੈ, ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁਲਤਾਰ ਰਹੇ ਹਾਂ, ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਹੈ। ਅੱਤ ਨੂੰ ਅੰਤ ਬਣਾਵੇ ਆਖਰ ਕਹਿਰ ਖੁਦਾਈ, ਜਬਰ ਜਰਦਿਆ ਸਬਰ ਪਿਆਲਾ ਭਰ ਜਾਂਦਾ ਹੈ। ਮਾਂ ਬੋਲੀ, ਮਾਂ ਜਨਨੀ ਧਰਤੀ ਮਾਤਾ ਕੋਲੋਂ ਟੁੱਟ ਕੇ ਬੰਦਾ ਮਰਦਾ ਮਰ ਜਾਂਦਾ ਹੈ। ਅੱਜ ਦਾ ਸਮਾਂ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।